ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ। ਪ੍ਰਭ ਦਾਤੋ ਦਾਤਾਰ ਪਰਿਓ ਜਾਚਕੇ ਸ਼ਰਨ। ਮਿਲੈ ਦਾਨ ਸੰਤਰੇਨ ਜਹ ਲਗ ਭਵ ਜਲ ਤਰਨ। ਬੇਨਤ ਕਰਹੁ ਅਰਦਾਸ ਸੁਣਹੁ ਜੇ ਠਾਕੁਰ ਭਾਵੈ। ਦੇਹੁ ਦਰਸ ਮਨ ਚਾਉ ਭਗਤੇ ਮਨ ਠਹਿਰਾਵੈ। ਬਲਿਓ ਚਿਰਾਗ ਅੰਧਿਆਰ ਮੈਂ ਸਭ ਕਾਲਿ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰਬ੍ਰਹਮ। ਸਜਨ ਸਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਸੋਈ ਸੁਗੜ ਸੁਜਾਨੀ ਤਿਨਹਿ ਸੁਣਿਆ ਦੁਖ ਸੁਖ ਮੇਰਾ। ਤਉ ਬਿਦ ਨਿਕੀ ਖਟਾਨੀ। ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਸੋਈ ਸੁਗੜ ਸੁਜਾਨੀ ਤਿਨਹਿ ਸੁਣਿਆ ਦੁਖ ਸੁਖ ਮੇਰਾ। ਤਉ ਬਿਦ ਨਿਕੀ ਖਟਾਨੀ। ਜੀਅ ਕੀ ਇਕ ਹੀ ਪਹਿਮਾਨੀ। ਆਵਰ ਜਤਨ ਕਰ ਰਹੇ ਬਹੁ ਤੇਰੇ। ਤਿਨ ਤਿਲ ਨਹੀਂ ਕੀਮਤ ਜਾਨੀ। ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ। ਗੁਰ ਦੀਨੋ ਮਨ ਤਾਨੀ। ਡਿਗੈ ਨਾ ਡੋਲੈ ਦ੍ਰਿੜ ਕਰ ਰਹਿਓ। ਪੂਰਨ ਹੋਏ ਤ੍ਰਿਪਤਾਨੀ। ओए जो बीच हम तुम कश होते। तिन की बात बिलानी। अलंकार मिल थैली होई है। ताते कनक बखानी। प्रगट्यो जोत सहज सुख शोभा। बाजे अनहत बानी। कहो नानक निहचल घर बाध्यो। गुर कीयो बंधानी। प्रगट्यो जोत सहज सुख शोभा। बाजे अनहत बानी। कहो नानक निहचल कर बाध्यो। गुर कीयो बंधानी। वाहिगुरु जी का खालसा वाहिगुरु जी की फतेह। ਚਵਰ ਛਤਰ ਤਖਤ ਦੇ ਮਾਲਕ ਜੋਗੋ ਜੋਗ ਅਟਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ। बड़ी बख्शिश की है शब्द गुरु ने
ਅੰਮ੍ਰਿਤ ਵੇਲੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਜੋ ਹੁਕਮ ਬਖਸ਼ਿਸ਼ ਹੋਇਆ ਹੈ ਤਨਾਸਰੀ ਰਾਗ ਵਿੱਚੋਂ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। 671 ਅੰਕ ਤੇ ਸੁਭਾਏਮਾਨ ਹੈ। ਮੂਲ ਪਾਠ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ, ਇਹਨਾਂ ਆਪ ਨੂੰ ਬੜੇ ਸੁੰਦਰ ਢੰਗ ਨਾਲ ਪਿਆਰ ਨਾਲ ਸਰਵਣ ਕਰਵਾਇਆ ਹੈ। ਹੁਣ ਇਸ ਸ਼ਬਦ ਦੀ ਅਸੀਂ ਵਿਚਾਰ ਕਰਨੀ ਹੈ। ਸਤਿਗੁਰੂ ਅੱਗੇ ਅਰਦਾਸ ਕਰੀਏ, ਜੋਦੜੀ ਕਰੀਏ, ਹਿਰਦਾ ਭਾਂਡਾ ਉਸ ਅੱਗੇ ਕਰੀਏ ਕਿ ਦਾਤਾ ਕਿਰਪਾ ਕਰ, ਸ਼ਬਦ ਦੀ ਸੋਝੀ ਬਖਸ਼ੋ, ਕਿਰਪਾ ਕਰੋ। ਗੁਰੂ ਦੇ ਦਰ ਆ ਕੇ ਸੋਝੀ ਪ੍ਰਾਪਤ ਹੋਣੀ ਹੈ, ਕਿਉਂਕਿ ਸ਼ਬਦ ਦੀ ਸੋਝੀ ਸਤਿਗੁਰੂ ਦੇ ਪਾਸ ਹੈ। ਗੁਰੂ ਨਾਨਕ ਦੇਵ ਜੀ ਨੇ ਸ਼ਬਦ ਦੀ ਸੋਝੀ ਬਖਸ਼ੀ, ਗੁਰੂ ਅਰਜਨ ਦੇਵ ਜੀ ਨੇ ਸ਼ਬਦ ਦਾ ਇਹ ਸਰੂਪ ਬਖਸ਼ਿਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪੱਕਾ ਹੀ ਲੜ ਲਾ ਦਿੱਤਾ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸ਼ਬਦ ਦੀ ਸੋਝੀ ਸਤਿਗੁਰੂ ਬਖਸ਼ਣ, ਕਿਰਪਾ ਕੀਤੀ ਉਹਨਾਂ। ਸ਼ਬਦ ਦਾ ਜਿਹੜਾ ਕਹਿੰਦੇ ਆ ਜੀ ਵਿਸ਼ਰਾਮ ਹੈ, ਰਹਾਉ ਦੀ ਪੰਕਤੀ ਹੈ। ਇਸ ਨੂੰ ਟਿਕ ਕੇ ਪਹਿਲੇ ਸਮਝੋ। ਉਹ ਹੈ ਜੇ ਕਿ ਏਕ ਹੀ ਪਹਿਮਾਨੇ, ਪਹਿ ਦਾ ਅਰਥ ਹੁੰਦਾ ਪਾਸ। ਇਸ ਜਿੰਦ ਦੀ ਅਰਦਾਸ, ਜੋਦੜੀ, ਬੇਨਤੀ ਮੰਨੀ ਜਾਂਦੀ ਹੈ ਤੇ ਕੇਵਲ ਇੱਕ ਪ੍ਰਮਾਤਮਾ ਦੇ ਪਾਸ। ਬਸ ਇੱਕ ਥਾਂ ਹੀ ਹੈ ਅਰਦਾਸ ਕਰਨ ਵਾਲੀ। ਹਰ ਬੰਦਾ ਅਰਦਾਸ ਤੇ ਕਰਦਾ, ਦਿਲੋਂ ਤਰਲਾ ਲੈਂਦਾ, ਅਰਦਾਸ ਕਰਦਾ, ਔਰ ਹਰ ਇੱਕ ਚਾਹੁੰਦਾ ਮੇਰੀ ਅਰਦਾਸ ਪੂਰੀ ਹੋ ਜਾਏ। ਤੇ ਜੇ ਨਾ ਹੋਵੇ ਫਿਰ ਦੂਸਰੇ ਨੂੰ ਪੁੱਛਦਾ ਕਿ ਤੂੰ ਕਿਵੇਂ ਕੀਤੀ ਸੀ, ਤੇਰੀ ਪੂਰੀ ਹੋ ਗਈ। ਉਹ ਕਹਿੰਦਾ ਹਾਂ ਮੇਰੀ ਤੇ ਪੂਰੀ ਹੋ ਗਈ, ਮੈਂ ਅਰਦਾਸ ਕੀਤੀ। ਕਿੱਥੇ ਕੀਤੀ? ਮੈਂ ਇੱਕ ਰੁੱਖ ਨੂੰ ਜਾ ਕੇ ਧਾਗਾ ਬਣ ਕੇ ਆਇਆ ਸਾਂ, ਮੇਰੀ ਤੇ ਪੂਰੀ ਹੋ ਗਈ। ਹੁਣ ਵੇਖਿਆ ਇੱਕ ਕਮਲਾ ਜੋ ਕਰਦਾ ਨਾ, ਉਹਦੇ ਮਗਰ ਸਾਰੇ ਹੀ ਕਰੀ ਆਉਂਦੇ ਨੇ। ਮੈਂ ਇੱਕ ਕਥਾ ਕਿਤੇ ਪੜ੍ਹੀ ਸੀ, ਬੜੀ ਅੱਛੀ ਲੱਗੀ। ਵੀ ਬੱਚਿਆਂ ਨੂੰ ਉਸਤਾਦ ਪੜ੍ਹਾ ਰਿਹਾ ਸੀ ਤੇ ਉਹ ਗਿਣਤੀ ਪੜ੍ਹਾਉਣੀ ਸੀ। ਕਹਿਣ ਲੱਗਾ ਕਾਕਾ ਇੱਕ ਵਾੜੇ ਵਿੱਚ 100 ਭੇਡ ਸੀ, ਇੱਕ ਵਿੱਚੋਂ ਨਿਕਲ ਗਈ ਤੇ ਬਾਕੀ ਕਿੰਨੀਆਂ ਰਹਿ ਗਈਆਂ? ਹੁਣ ਆਮ ਕਰਕੇ ਤੇ ਇਹੋ ਜਵਾਬ ਸੀ ਕਿ ਉਸਤਾਦ ਜੀ ਬਾਕੀ 99 ਰਹਿ ਗਈਆਂ, ਇੱਕ ਨਿਕਲ ਗਈ। ਛੋਟਾ ਜਿਹਾ ਬੱਚਾ ਕਹਿਣ ਲੱਗਾ ਜੀ ਬਾਕੀ ਕੋਈ ਵੀ ਨਾ ਰਹਿ ਗਈ। ਤੋ ਕਹਿਣ ਲੱਗਾ ਇਹ ਕੀ ਜਵਾਬ ਦੇ ਰਹੇ हैं? ਮੈਂ ਕਹਿ ਰਿਹਾ ਕਿ 100 ਭੇਡ ਹੈ, ਇੱਕ ਵਿੱਚੋਂ ਨਿਕਲ ਗਈ ਵਾੜੇ ਚੋਂ ਬਾਕੀ। ਕਹਿਣ ਲੱਗਾ ਸਾਡੇ ਘਰ ਭੇਡਾਂ ਨੇ, ਸਾਡਾ ਵਾੜਾ, ਜਿੱਥੋਂ ਇੱਕ ਗਈ ਸਾਰੀਆਂ ਹੀ ਗਈਆਂ, ਕੋਈ ਵੀ ਨਾ ਰਹਿ ਗਈ। ਭੇਡਾ ਚਾਲ ਹੈ, ਜਗ ਕੇ ਭੇਡਾ ਚਾਲ, ਚਲਤੇ ਕੇ ਪਿੱਛੇ ਚੱਲ। ਕਹਿੰਦੇ ਨੇ ਚੱਲਦਿਆਂ ਦੇ ਪਿੱਛੇ ਚੱਲਦੇ ਨੇ। ਰੁੱਖਾਂ ਨੂੰ ਵੇਖਿਆ ਧਾਗੇ ਹੀ ਧਾਗੇ ਬੰਨੇ, ਕੋਈ ਥਾਂ ਖਾਲੀ ਨਹੀਂ ਛੱਡੇ। ਇੱਕ ਸੱਜਣ ਕਹਿੰਦਾ ਜੀ ਇੱਕ ਰੁੱਖ ਐਸਾ ਹੈ ਜਿਹੜਾ ਉੱਥੇ ਕਿੱਲ ਠੋਕ ਆਏ ਨਾ, ਉਹਦੀ ਅਰਦਾਸ ਪੂਰੀ ਹੋ ਜਾਂਦੀ।
ਉਹ ਰੁੱਖ ਨੂੰ ਵਿਚਾਰੇ ਦੀ ਕੀ ਹਾਲਤ ਹੋਈ ਹੋਵੇਗੀ। ਕਿੱਲ ਠੋਕਣ ਵਾਲਿਆਂ ਨੇ ਕੋਈ ਥਾਂ ਨਹੀਂ ਛੱਡੀ ਵੀ ਇੱਥੇ ਕਿੱਲ ਠੋਕ ਦਈਏ ਤੇ ਅਰਦਾਸ ਪੂਰੀ ਹੋ ਜਾਂਦੀ। ਭਾਵੇਂ ਕਿਸੇ ਨੇ ਉਂਝ ਹੀ 4 ਇੱਟਾਂ ਰਾਹ 'ਚ ਰੱਖੀਆਂ ਹੋਣ, ਉੱਥੇ ਵੀ ਹੱਥ ਜੋੜ ਜਾਏਗਾ। ਕਬਰ ਆਈ, ਉੱਥੇ ਵੀ ਹੱਥ ਜੋੜ ਜਾਏਗਾ। ਕੋਈ ਹੋਰ ਥਾਂ ਆਈ, ਉੱਥੇ ਵੀ ਕੋਈ ਨਵੇਂ ਢੰਗ ਨੇ। ਮੈਂ ਤੇ ਜੀ ਅਰਦਾਸ ਕੀਤੀ ਪੂਰੀ ਹੋਈ ਏ। ਕਾਲੇ ਕੁੱਤੇ ਨੂੰ ਰੋਟੀ ਪਾਇਆ ਕਰੋ, ਬਸ ਅਰਦਾਸ ਪੂਰੀ। ਬਾਕੀ ਕੁੱਤੇ ਭੁੱਖੇ ਮਰ ਜਾਣ। ਮੈਂ ਵੇਖਿਆ ਕਾਲਿਆਂ ਨੂੰ ਪਾਉਂਦੇ ਨੇ, ਉਹ ਸਿੱਧੇ ਮੂੰਹ ਖਾਂਦੇ ਨੇ, ਕਿਉਂਕਿ ਹਰ ਇੱਕ ਨੇ ਪਾਣੀ ਕਾਲੇ ਕੁੱਤੇ ਨੂੰ ਹੈ। ਕਾਲੇ ਕੁੱਤੇ ਨੂੰ ਲੱਭੋ ਹੁਣ ਕਾਲਾ ਕੁੱਤਾ ਤੇ ਰੋਟੀ ਪਾਓ ਤਾਂ ਕਿ ਅਰਦਾਸ ਪੂਰੀ ਹੋ ਜਾਏ। ਕੋਈ ਕਹਿੰਦਾ ਮੈਂ ਤੇ ਸੱਪ ਦੀ ਖੁੱਡ ਵਿੱਚ ਦੁੱਧ ਪਾ ਕੇ ਆਇਆ ਤੇ ਮੇਰੀ ਅਰਦਾਸ ਪੂਰੀ ਹੋ ਗਈ ਹੈ। ਸੱਪ ਦੀ ਖੁੱਡ ਵਿੱਚ ਪਤਾ ਨਹੀਂ ਉੱਥੇ ਸੱਪ ਹੈ ਵੀ ਕਿ ਨਹੀਂ, ਖੁੱਡ ਵਿੱਚ ਹੀ ਦੁੱਧ ਪਾ ਆਇਆ। ਕੋਈ ਇੱਕ ਥਾਂ ਹੈ? ਭਟਕਣ ਲਈ ਥਾਵਾਂ ਬਹੁਤ ਨੇ, ਪਰ ਅਰਦਾਸ ਕਰਨ ਵਾਲੀ ਥਾਂ। ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ, ਮਹਾਰਾਜ ਕੋਈ ਤੇ ਰੁੱਖਾਂ ਦੀ ਪੂਜਾ ਕਰਦਾ ਪਿਆ, ਕੋਈ ਜਾਨਵਰਾਂ ਦੀ ਪੂਜਾ ਕਰਦਾ ਪਿਆ, ਤੁਸੀਂ ਦੱਸੋ ਅਸੀਂ ਕੀ ਕਰੀਏ? ਕਹਿਣ ਲੱਗੇ ਇੱਕੋ ਹੀ ਥਾਂ ਹੈ ਜਿੱਥੇ ਮੈਂ ਅਰਦਾਸ ਕਰਨਾ। ਆਓ ਰਲ ਕੇ ਕਰੋ, ਪ੍ਰਮਾਤਮਾ ਅੱਗੇ ਅਰਦਾਸ ਕਰੋ। ਹੁਣ ਸ਼ਬਦ ਦੀ ਪੰਕਤੀ ਹੈ, ਜੇ ਕਿ ਇਸ ਜਿੰਦ ਦੀ ਇੱਕ ਹੀ ਪਹਿਮਾਨੀ, ਇੱਕ ਦੇ ਪਾਸ ਹੀ ਮੰਨੀ ਜਾਂਦੀ ਹੈ, ਉਹ ਹੈ ਪ੍ਰਮਾਤਮਾ। ਉਹ ਹੈ ਨਿਰੰਕਾਰ, ਉਹਦੇ ਦਰੋਂ ਕਦੀ ਕੋਈ ਖਾਲੀ ਨਹੀਂ ਗਿਆ। खुदा मंजूर करता है, दुआ जब दिल से होती है, लेकिन मुश्किल तो ये है कि ये मुश्किल से होती है। होंदी मुश्किल है, प्रवान वो करदा जी की एक ही पैमानी किवें करनी है। कहंदे ने जिस नाल जोर ना चले खले कीचे अरदास, खलो के करनी है। होर नाल कहा निरा खलोना ही नहीं, दोवें हथ जोड़ के करनी है। दोए कर दा अर्थ हुंदा हथ, दोए कर जोड़ करी अरदास, तुद भावै तां आना रास। तेरे अगे अरदास है, रास लियाउणा कर्म करना ये मेरा फर्ज है, ते फल लाउणा अगों तेरी मर्जी है। फल तू देना है, मैं ते अरदास करनी है। कहंदे ने बंदे अगे ना करी, जिस मानक पै करो बेनती, सो अपने दुख भरे आ। तुसी एक दुख फुलो ते वो कहंदा ठहर जा हुण मैनू भी पंड खोल लैण दे। दुख कियां पंडा खुलियां, सुख ना निकलियो कोय। अवगुणा दी पंड खोल देती, दुख दी खोल देती। लोक अवगुणा की बन्ने गंठड़ी, गुण ना विहाजै कोय, ते अवगुणा चो दुख निकलने। वो कहंदा लै सुण, सच है जान छुड़ा के भजना पैंदा जे कोई पंड खोल बैठे। जिस मानक पै करो बेनती, सोए अपने दुख भरिया। पार ब्रह्म जिन हृदय आराधया, तिन भव सागर तरिया। जिन्हां ने पार ब्रह्म की आराधना की थी, साहब गुरु अर्जन देव पातशाह जी के सामने समस्या आईयां। ऐसा नहीं कि नहीं आईयां, पुत्र नूं चेचक निकल पई। गुरु हरगोबिंद साहब नूं कहा अरदास करांगा। नेत्र प्रकाश किया गुरुदेव, परम गए पूर्ण भई सेव। शीतला ते राखिया बिहारी, पार ब्रह्म प्रभ कृपा धारी। कहन लगे अकाल पुरखे अगे जोतड़ी करांगा। सुलही चढ़ के आ रहे है,
ਕਹਿੰਦੇ ਨੇ ਪ੍ਰਥਮੇ ਮਤਾ ਜੇ ਪੱਤਰੀ ਚਲਾਵਾਂ, ਪਹਿਲਾ ਮਤਾ ਪਾਸ ਹੋਇਆ ਇੱਕ ਚਿੱਠੀ ਲਿਖਾਂ, ਪੱਤਰੀ ਕਹਿੰਦੇ ਨੇ ਚਿੱਠੀ ਨੂੰ। ਦੁਤੀਏ ਮਤਾ ਦੋ ਮਾਨਕ ਪਹੁੰਚਾਵਾਂ, ਦੂਜਾ ਮਤਾ ਹੈ ਕਿ ਦੋ ਬੰਦੇ ਉਹਨੂੰ ਸਮਝਾਉਣ ਲਈ ਭੇਜਾਂ। ਤੀਜਾ ਮਤਾ ਤ੍ਰਿਤੀਏ ਮਤਾ ਕਿਛ ਕਰੂੰ ਉਪਾਇਆ, ਤੇ ਮੈਂ ਕੀਤਾ ਕੀ ਹੈ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਮੈਂ ਤੈਨੂੰ ਧਿਆਇਆ, ਤੇਰਾ ਭਰੋਸਾ ਪਿਆਰੇ ਆਨ ਨਾ ਜਾਣਾ ਵੇਸਾ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ। ਭੁੱਲੈ ਚੁੱਕੈ ਬਾਰਕ ਤੂੰ ਹਰ ਪਿਤਾ ਮਾਇਆ। ਜੇ ਕੀ ਇੱਕ ਹੀ ਪੈਮਾਨੇ ਅਵਰ ਯਤਨ ਕਰ ਰਹੇ ਬਹੁ ਤੇਰੇ। ਇਹ ਅਰਦਾਸ ਨੂੰ ਛੱਡ ਕੇ, ਰੱਬ ਨੂੰ ਛੱਡ ਕੇ ਹੋਰ ਯਤਨ ਮੈਂ ਸੁਣਾਏ ਨੇ ਤੁਹਾਨੂੰ, ਕੋਈ ਸੁਣਾਏ ਨੇ ਬਹੁਤ ਨੇ। ਕਹਿੰਦੇ ਨੇ ਰੱਬ ਦੇ ਪਿਆਰੇ ਨੇ ਤੇ ਉਹਨਾਂ ਯਤਨਾਂ ਦੀ ਇੱਕ ਤਿਲ ਮਾਤਰ ਵੀ ਕੀਮਤ ਨਹੀਂ ਸਮਝੀ। ਨਾ ਪ੍ਰਮਾਤਮਾ ਦੇ ਘਰ ਜੋ ਪ੍ਰਵਾਨ ਨੇ, ਨਾ ਗੁਰਮੁਖ ਦੇ ਘਰ ਵਿੱਚ ਪ੍ਰਵਾਨ ਨੇ। ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਣੇ। ਅੱਗੇ ਇਸ ਦਾ ਵਿਸਥਾਰ ਹੈ। ਆਓ ਚਿਤ ਵਿਰਤੀਆਂ ਇਕਾਗਰ ਕਰੋ। ਸੁਣਨ ਵਾਸਤੇ ਗੁਰੂ ਦੇ ਸਮਰਪਣ ਹੋਣਾ, ਜਿਹੜਾ ਕਿ ਨਾ ਸਰਵਣ, ਉਹ ਸਰਵਣ ਆਮ ਸੁਣਨਾ ਨਹੀਂ, ਉਹ ਸੁਣਨਾ ਸੁਰਤ ਭੇਟਾ ਕਰਦੇ ਨੇ। ਫਿਰ ਸੁਰ ਤੇ ਦਰਵਾਜ਼ੇ ਚੋਂ ਬਾਹਰ ਨਾ ਜਾਏ। ਬੈਠੇ ਹਾਂ ਤੇ ਗੁਰੂ ਦੇ ਕੋਲ ਹੀ ਬੈਠੀਏ, ਸੁਰਤ ਨਾਲ ਫਿਰ ਸੁਣੀਏ। ਜੇ ਸੁਰਤ ਨਾਲ ਸੁਣਿਆ ਤੇ ਫਿਰ ਉਹ ਮਨਨ ਹੋ ਜਾਏਗਾ। ਮਨਨ ਹੋ ਗਿਆ ਤੇ ਆਪਣਾ ਸੰਕਲਪ ਵਿਕਲਪ ਕੋਈ ਨਹੀਂ ਰਹੇਗਾ। ਧਿਆਨ ਟਿਕ ਜਾਏਗਾ, ਸੁਰਤ ਟਿਕ ਜਾਏਗੀ। ਸੁਰਤ ਟਿਕਾ ਕੇ ਇੱਕ ਵਾਰ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ। ਤਨਾਸਰੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ, ਧੰਨ ਮੇਰੇ ਪਾਤਸ਼ਾਹ। ਨਾਨੇ ਗੁਰਦੇਵ ਨੇ ਲੈ ਕੇ ਗੋਦੀ ਵਿੱਚ ਐਵੇਂ ਨਹੀਂ ਸੀ ਕਹਿ ਦਿੱਤਾ, ਦੋਹਤਾ ਬਾਣੀ ਕਾ ਬੋਹ ਥਾ। ਹੈਰਾਨ ਹੋ ਜਾਓਗੇ ਸੁਣ ਕੇ ਕਿ ਜਿੱਥੇ 5867 ਸਾਰੇ ਸ਼ਬਦ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ, 2312 ਸ਼ਬਦ ਇਕੱਲੇ ਗੁਰੂ ਅਰਜਨ ਦੇਵ ਜੀ ਦੇ। ਕਮਾਲ ਹੈ, ਲਗਭਗ ਅੱਧਾ ਗੁਰੂ ਗ੍ਰੰਥ ਸਾਹਿਬ। ਦੋਹਤਾ ਬਾਣੀ ਕਾ ਬੋਹ ਥਾ, ਉਹਨਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਇੱਕ ਪ੍ਰਮਾਣ ਮੈਂ ਉਹ ਦਿਆਂ ਜਿਹੜਾ ਹਰ ਪੜ੍ਹੇ ਅਨਪੜ੍ਹੇ ਦੀ ਸਮਝ ਵਿੱਚ ਆ ਜਾਏ, ਬੱਚੇ ਬੁੱਢੇ ਦੀ ਸਮਝ ਚ ਆ ਜਾਏ। ਆਮ ਕਰਕੇ ਹੁਣ ਕਲਾ ਦਾ ਯੁੱਗ ਹੈ, ਮਸ਼ੀਨ ਦਾ, ਤੇ ਮਸ਼ੀਨਾਂ ਮਹਿੰਗੀਆਂ ਸਸਤੀਆਂ ਖਰੀਦਦੇ ਹੋ ਤੇ ਜੇ ਖਰਾਬ ਹੋ ਜਾਏ, ਸਿਆਣਪ ਇਹ ਹੀ ਹੈ ਕਿ ਅਸੀਂ ਕਹਿੰਦੇ ਆ ਜਿਹੜੀ ਕੰਪਨੀ ਨੇ ਬਣਾਈ ਹੈ ਨਾ, ਇਹ ਠੀਕ ਕਰਨ ਵਾਸਤੇ ਉਸੇ ਕੋਲ ਹੀ ਭੇਜੋ। ਕਿਉਂਕਿ ਜਿਹੜੀ ਕੰਪਨੀ ਨੇ ਬਣਾਈ ਇਹਦੇ ਸਿਸਟਮ ਨੂੰ ਉਹ ਜਾਣਦੇ ਨੇ, ਹੋਰ ਕਿਤੇ ਦਿੱਤੀ ਤੇ ਖਰਾਬ ਕਰ ਦੇਣਗੇ, ਉਹਨਾਂ ਦੇ ਕੋਲ ਹੀ ਭੇਜੋ। ਗੱਡੀ ਮਰੂਤੀ ਵਾਲਿਆਂ ਦੀ ਹੈ ਤੇ ਉਹਨਾਂ ਕੋਲ ਹੀ ਭੇਜੋ। ਜੇ ਗੱਡੀ ਹੋਰ ਕਿਸੇ ਕੰਪਨੀ ਦੀ ਹੈ ਉਹਨਾਂ ਕੋਲ ਭੇਜੋ। ਤੇ ਬੰਦੇ ਫਿਰ ਤੈਨੂੰ ਵੀ ਜਿਹਨੇ ਬਣਾਇਆ ਨਾ, ਜੇ ਦੁੱਖ ਸੁੱਖ ਆਇਆ ਤੂੰ ਕਿਹੜੀ ਕੰਪਨੀ ਦਾ ਬਣਾਇਆ, ਉਹਦੇ ਕੋਲ ਹੀ ਆ। ਤੈਨੂੰ ਸਿਰਜਿਆ ਪ੍ਰਮਾਤਮਾ ਨੇ, ਨਿਰੰਕਾਰ ਨੇ, ਤੇ ਫਿਰ ਦੁੱਖ ਸੁੱਖ ਉਸੇ ਨੂੰ ਆਖ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਵਿਆਖਿਆ ਸੀ ਬੜੀਆਂ ਕਰ ਲੈਨੇ। पांच तत्व को तन रच्यो जानो चतर सुजा।
ਆਮ ਕਰ ਕਹਿੰਦੇ ਆ ਜੀ ਮਿੱਟੀ ਤੋਂ ਸਾਜੇ, ਮਿੱਟੀ ਦਾ ਪੁਤਲਾ 5 ਤੱਤਾਂ ਤੋਂ ਸਾਜੇ ਆ। ਤੇ ਮੈਂ ਅਰਜ਼ ਕਰਾਂ 5 ਤੱਤ ਤੇ ਮੌਜੂਦ ਨੇ। ਹਵਾ ਹੈ, ਹੁਣ ਕਿਸੇ ਸਿਆਣੇ ਨੂੰ ਆਖੀਏ ਜਿੰਨੀ ਚਾਹੁੰਦਾ ਹਵਾ ਤੈਨੂੰ ਦੇ ਦਿੰਨੇ ਆ, ਅੱਗ ਦੇ ਦਿੰਨੇ ਆ, ਪਾਣੀ ਦੇ ਦਿੰਨੇ ਆ, ਮਿੱਟੀ ਦੇ ਦਿੰਨੇ ਆ, ਆਕਾਸ਼ ਹੈ ਤੇ ਤੂੰ ਬੰਦਾ ਬਣਾ ਦੇ। ਆ 5 ਤੱਤ ਨੇ, ਬਣਾ ਦੇ, ਤੂੰ ਵੀ ਬਣਾ। ਮਿੱਟੀ ਤੋਂ ਖਿਡੌਣੇ ਬਣ ਸਕਦੇ ਨੇ, ਬੰਦਾ ਨਹੀਂ ਬਣ ਸਕਦਾ। ਉਸ ਮਾਲਕ ਨੇ ਜੋ ਬਣਾਇਆ ਨਾ, ਜੋ ਉਹਦੀ ਕਲਾ ਹੈ, ਉਹ ਹੀ ਜਾਣਦਾ। ਜਿਸ ਨੇ ਬਣਾਇਆ, ਵੇਖੋ ਜਿਸ ਨੇ ਤਾਣਾ ਬਾਣਾ ਟੁੱਟ ਗਿਆ ਨਾ, ਸੰਸਕਾਰ ਹੋ ਗਿਆ, ਨਾ ਤਨ ਲੱਭਣਾ ਹੈ, ਨਾ ਮਨ ਲੱਭਣਾ ਹੈ, ਨਾ ਆਤਮਾ ਲੱਭਣੀ ਹੈ, ਨਾ ਇਹ ਤੱਤ ਲੱਭਣੇ, ਕੱਖ ਵੀ ਨਹੀਂ ਸਾਨੂੰ ਲੱਭਣਾ। ਇਹ ਤਾਣਾ ਬਾਣਾ ਜਦੋਂ ਤੱਕ ਬਣਿਆ ਨਾ, ਇਹ ਗੱਲਾਂ ਉਦੋਂ ਤੱਕ ਇਹ ਨੇ। ਬੜਾ ਸੁੰਦਰ ਸ਼ਾਇਰੇ ਮਸ਼ਰਕ ਉਹ ਕਹਿੰਦੇ ਨੇ, ਉਹ ਕਹਿੰਦੇ ਨੇ ਜ਼ਿੰਦਗੀ ਕਿਆ ਹੈ। ਜ਼ਿੰਦਗੀ ਕਿਹਨੂੰ ਕਹਿੰਦੇ ਆ? ਜ਼ਿੰਦਗੀ ਕਿਆ ਹੈ? ਅਨਾਸਰ ਕਾ ਜ਼ਹੂਰੇ ਤਰਤੀਬ, ਇਹਨਾਂ ਤੱਤਾਂ ਦੀ ਤਰਤੀਬ, ਇਹਨਾਂ ਨੂੰ ਟਿਕਾਇਆ। ਮੌਤ ਕਿਆ ਹੈ? मौत की है। मौत क्या है? इन्हीं अज़ां का परेशान होना, इन्हां तत्तां दा बिखर जाना मौत आ। जिस दिन बिखर गए बंदे, तू फिर नहीं जोड़ सकदा, तू कुछ नहीं कर सकदा। कबीर साहब जी दा एक सलोक है, वो कहंदे ने कबीर वैद कहे हाँ ही भला। वैद कहंदा दूसरियां नालों मैं चंगा, क्योंकि शरीर च जिहड़ी घाट पएगी मैं दवाई खा के पूरी कर लवांगा, मैं ते मरना नहीं। कहंदे ने पर दवाइयां दे आसरे अज तक जिंदा रहा कोई, धनंतर ही जिंदा रहिंदा ना। 14 रत्नां चो कोई रतन सी ओ धनंतर। कबीर वैद कहे हाँ ही भला, दारू मेरे वस। ये तो बस्त गोपाल की जब भावे लेखा सक, जदों चाहुंदा खो लैंदा, कोई दवाई कम नहीं करदी। अज वड्डे वड्डे जिहड़े मिनिस्टर ने जदों जांदे ने, डॉक्टर इन्हां दे नाल चलदे, इकल्ले नहीं जांदे, विदेश भी जान। ते सिकंदर आया ते हकीम नाल सन, हकीम ओहदे नाल सन। ओह कहन लगा बीमार हो गया, मेरी मां तक मैनू पहुंचा दिओ। एक वैद ने कहा, कहन लगा सिकंदर बीमारियां दियां दवाइयां हैं, मौत दी पुड़ी अज तक कोई नहीं बनी। तेरी मौत आ गई है, इहदी दवाई कोई नहीं। हुण तू सारा राज भी दे देवें, तू मां नूं नहीं मिल सकदा। ये बिखर रहा तेरा शिराजा, ये असीं हुण नहीं जोड़ सकते। जिसदा दिता होया तन गुमान ना कर। वैसे पहला हंकार बंदे दा वेखड़िया ना कदी। चैंपियन जेड़े ने टीवी ते किवें प्रदर्शनी डोले विखाउंदे ने, अपने छाती विखाउंदे ने कि मैं वेखो मेरा तन। ये तन तेरा नहीं, अपन तन नहीं जांको गर्भा। ताने अपना नहीं जिसदा हंकार करना। राज मिलके अपन नहीं दरबा, ए राज मिलक जमीन दरब माया, ये भी तेरा अपना नहीं। अपन नहीं कांको लपटायो, अपन नाम सतगुर ते पायो। जो तेरा अपना है उस नूं ते तू अपना समझदा नहीं। माया मोह सगल जग छाया, कामन देख काम लुभाया। सुत कंचन स्यो हेत वधाया, सब किश अपना एक राम पराया। बस रब अपना सी वो पराया हो गया, बाकी अपना जे प्रसाद रोक कंचन दे। लिव लावो तिस राम सुनेह, जिसका तन जिसका बख्शिया तन है। तन तेनू दिता ते नाल मन भी आ गया। हुण जिन्हां दे तन नहीं, उन्हां दे लभो मन कित्थे ने।
ਪਕੜ ਚ ਆਉਂਦੇ ਨੇ। ਤਨ ਹੈ ਤੇ ਨਾਲ ਮਨ ਹੈ। ਸੱਚ ਹੈ ਕਿ ਜੇ ਤਨ ਹੈ ਮਨ ਹੈ ਤੇ ਨਾਲ ਧਨ ਹੈ। ਜਿਸ ਦਿਨ ਤਨ ਨਾ ਰਿਹਾ ਧਨ ਨਾਲੋਂ ਉਸੇ ਵੇਲੇ ਹੀ ਲੈ ਜਾਣਾ। ਤਨ ਦੇ ਨਾਲ ਹੀ ਧਨ ਜੁੜਿਆ, ਪ੍ਰਾਣਾ ਤੱਕ ਹੀ ਹੈ। ਉਸੇ ਵੇਲੇ ਹੀ ਬੱਚਿਆਂ ਨੇ ਵੰਡ ਲੈਣਾ, ਤੇਰੇ ਨਾਲ ਕੁਛ ਨਹੀਂ ਰਹਿ ਜਾਣਾ। ਪਹਿਲੀ ਗੱਲ ਹੈ ਕਿ ਨੇਮ ਪਲੇਟ ਜਿਹੜੀ ਤੇਰੀ ਹੈ ਨਾ ਉਹ ਉਤਾਰਨਗੇ, ਉੱਥੇ ਨਾ ਕਿਸੇ ਹੋਰ ਦਾ ਲਿਖਿਆ ਹੋਵੇ, ਤੇਰਾ ਨਹੀਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਇਹ ਸਾਰਾ ਕੁਛ ਉਸਦਾ। ਸੋਈ ਸੁਗੜ ਸੁਜਾਨ। ਉਹ ਬੜਾ ਸਿਆਣਾ ਹੈ, ਸੁਗੜ ਹੈ, ਸੁਜਾਨ ਹੈ। ਉਹਨੂੰ ਪਤਾ ਹੈ ਤਨ ਕਿਸੇ ਨੂੰ ਕਿੰਨਾ ਚਿਰ ਦੇਣਾ ਹੈ, ਕਿਹੋ ਜਿਹਾ ਦੇਣਾ। ਮਨ ਕਿਸ ਨੂੰ ਦੇਣਾ ਹੈ ਔਰ ਕੈਸਾ ਦੇਣਾ ਹੈ, ਔਰ ਧਨ ਕਿੰਨਾ ਦੇਣਾ ਤੇ ਕਦੋਂ ਵਾਪਸ ਲੈ ਲੈਣਾ। ਉਹ ਸੁਗੜ ਸੁਜਾਨ ਹੈ, ਉਹ ਸਿਆਣਾ ਹੈ, ਉਹ ਸਮਝਦਾ, ਉਹ ਜਾਣਦਾ ਹੈ। ਹਾਂਜੀ। ਕਿ ਨਹੀਂ ਸੁਣਿਆ ਦੁੱਖ ਸੁਖ ਮੇਰਾ, ਤਉ ਬਿਦ ਨਿੱਕੀ ਖਟਾਨੀ। ਸਾਹਿਬ ਕਹਿੰਦੇ ਨੇ ਆਪਣੀ ਤੇ ਹਾਲਤ ਬੜੀ ਚੰਗੀ ਹੁਣ ਬਣ ਗਈ। ਕਿਉਂ? ਕਹਿੰਦੇ ਨੇ ਇਸ ਵਾਸਤੇ ਬਣ ਗਈ ਕਿ ਅਰਦਾਸ ਕਰਨ ਵਾਲੀ ਥਾਂ ਅਰਦਾਸ ਹੋ ਗਈ। ਪਰਮਾਤਮਾ ਅੱਗੇ ਦੁੱਖ ਸੁੱਖ ਕਰ ਲਿਆ ਤੇ ਉਸਨੇ ਸੁਣ ਲਿਆ। ਤਿਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤਉ ਬਿਦ, ਬਿਦ ਹੁੰਦਾ ਹਾਲਤ, ਤਉ ਬਿਦ ਨੀਕੀ ਖਟਾਨੀ। ਖਟਾਨੀ ਜਿਵੇਂ ਜਿਉਂ ਜਲ ਮੈਂ ਜਲ ਆਏ, ਖਟਾਨਾ ਮਿਲ ਜਾਣਾ। ਹੁਣ ਮੈਨੂੰ ਚੰਗੀ ਹਾਲਤ ਮਿਲ ਗਈ, ਚੰਗੀ ਹਾਲਤ ਬਣੀ, ਉਸ ਨੇ ਕਿਰਪਾ ਕੀਤੀ। ਇੱਕ ਵਿਦਵਾਨ ਸ਼ਿਰਾਜ ਦੇ ਰਹਿਣ ਵਾਲੇ, ਉਹ ਕਹਿੰਦੇ ਨੇ ਬੰਦੇ ਅੱਗੇ ਦੁੱਖ ਨਾ ਰੋਵੀਂ। ਪਰ ਬੰਦਾ ਰੋਂਦਾ ਹੀ ਬੰਦੇ ਦੇ ਅੱਗੇ ਹੈ। ਕਿਉਂ? ਉਹ ਕਹਿੰਦੇ ਨੇ ਪਹਿਲੀ ਗੱਲ ਤੇ ਇਹਨੇ ਸੁਣਨਾ ਨਹੀਂ ਧਿਆਨ ਨਾਲ, ਤੇ ਜੇ ਸੁਣ ਲਿਆ ਨਾ, ਸੁਣ ਵੀ ਲਵੇ, ਚਲੋ ਬੰਦਾ ਸੁਣ ਵੀ ਲਵੇ ਤੇ ਤੇਰਾ ਦੁੱਖ ਮਿਟਾ ਨਹੀਂ ਸਕਦਾ। ਤੂੰ ਹੁਣ ਬੰਦੇ ਨੂੰ ਦੁੱਖ ਸੁਣਾ ਦੇ ਤੇ ਉਹ ਕਹਦੇ ਅੱਜ ਤੱਕ ਕਿਸੇ ਨੇ ਮਿਟਾਇਆ? ਸੁਣ ਵੀ ਲਵੇ ਤੇ ਮਿਟਾ ਨਹੀਂ ਸਕਦਾ। ਹਾਂ, ਇੱਕ ਕੰਮ ਕਰੇਗਾ, ਤੈਨੂੰ ਬਦਨਾਮ ਜ਼ਰੂਰ ਕਰੇਗਾ। ਤੂੰ ਦੁੱਖ ਸੁਣਾ ਕੇ ਜਾ ਤੇ ਬਾਅਦ ਵਿੱਚ ਜਿਹੜਾ ਆ ਗਿਆ, ਨਾ ਵੀ ਕੋਈ ਆਇਆ ਤਾਂ ਆਪ ਜਾਏਗਾ। ਸ਼ਾਮ ਤੱਕ 100 ਬੰਦੇ ਨੂੰ ਨਾ ਸੁਣਾ ਲਵੇ ਤੇ ਉਹਨੂੰ ਚੈਨ ਨਹੀਂ ਆਉਣਾ। ਉਹ ਆਖੇਗਾ ਵੇਖੋ ਦੁੱਖ ਰੋਂਦਾ ਗਿਆ, ਅੱਜ ਆਇਆ ਸੀ ਰੋਂਦਾ ਗਿਆ ਮੇਰੇ ਕੋਲ। ਪੁੱਤਰਾਂ ਤੋਂ ਦੁਖੀ ਹੈ, ਧੀਆਂ ਤੋਂ ਦੁਖੀ ਹੈ, ਔਰਤ ਤੋਂ ਦੁਖੀ ਹੈ, ਰਿਸ਼ਤੇਦਾਰਾਂ ਤੋਂ ਦੁਖੀ ਹੈ, ਉਹਨੂੰ ਭੰਡ ਕੇ ਰੱਖ ਦੇਵੇਗਾ। ਕਹਿੰਦੇ ਨੇ ਪਰ ਪ੍ਰਮਾਤਮਾ ਭੰਡਦਾ ਨਹੀਂ, ਜਿਹੜਾ ਉਸ ਦੇ ਪਾਸ ਆਵੇ ਉਹਦਾ ਦੁੱਖ ਮੁਕਾ ਦਿੰਦਾ। ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਦ ਨੀਕੀ ਖਟਾਨੀ। ਹੁਣ ਹਾਲਤ ਚੰਗੀ, ਹੁਣ ਚੜ੍ਹਦੀ ਕਲਾ, ਹੁਣ ਆਨੰਦ ਹੈ, ਕਿਉਂਕਿ ਰੱਬ ਨੇ ਮੇਰਾ ਦੁੱਖ ਸੁੱਖ ਸੁਣ ਲਿਆ ਹੈ। ਹਾਂਜੀ। ਜੀ ਕੀ ਇੱਕ ਹੀ ਪਹਿਮਾਨੀ, ਇਸ ਜਿੰਦ ਦੀ ਅਰਦਾਸ ਇੱਕ ਦੇ ਪਾਸ, ਪ੍ਰਮਾਤਮਾ ਦੇ ਪਾਸ ਹੀ ਮੰਨੀ ਜਾਂਦੀ ਹੈ। ਹਾਂਜੀ। ਅਵਰ ਯਤਨ ਕਰ ਰਹੇ ਬਹੁ ਤੇਰੇ, ਹੋਰ ਯਤਨ ਕਰਨ ਵਾਲੇ ਤੇ ਬਹੁਤ ਨੇ, ਬਹੁਤ ਯਤਨ ਨੇ, ਅਨੇਕਾਂ ਉਪਰਾਲੇ ਨੇ। ਐਸ ਥਾਂ ਤੇ ਪੁੱਛਾਂ ਦੇਣ ਵਾਲਾ ਬੈਠਾ, ਉਹਦੇ ਕੋਲ ਚਲਾ ਜਾ। ਇਹਨਾਂ ਪੁੱਛਾਂ ਦੇਣ ਵਾਲਿਆਂ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ, ਸਕਿਆਂ ਨੂੰ ਲੜਾ ਕੇ ਮਾਰ ਦਿੱਤਾ। ਤੈਨੂੰ ਤੇਰੇ ਕਿਸੇ ਆਪਣੇ ਨੇ ਕੀਤਾ, ਹੱਦ ਹੋ ਗਈ। ਹੁਣ ਆਪਣਾ ਕੌਣ ਹੋਵੇਗਾ? ਜੇ ਔਰਤ ਹੈ ਕੋਈ ਦਰਾਣੀ ਜਠਾਣੀ ਹੋਏਗੀ, ਬੰਦਾ ਹੈ ਤੇ ਕੋਈ ਭੈਣ ਭਰਾ ਹੋਵੇਗਾ। ਤੇਰੇ ਆਪਣੇ ਨੇ ਹੀ ਕੀਤਾ, ਬਸ ਕਲੇਸ਼ ਪਾ ਦੇ ਨੇ। ਇਹਨਾਂ ਨੂੰ ਅਸੀਂ ਕਹਿੰਦੇ ਹਾਂ ਸਿਆਣੇ। ਵੈਸੇ ਮੈਂ ਵੇਖਿਆ ਜਿਹੜੇ ਅੰਗੂਠਾ ਲਾਉਂਦੇ, ਚਿੱਟੇ ਨੰਗੇ ਅਨਪੜ੍ਹ, ਗੱਲ ਕਰਨੀ ਨਹੀਂ ਆਉਂਦੇ, ਉਹਨਾਂ ਦੇ ਨਾਂ ਅਸੀਂ ਸਿਆਣੇ ਪਾਇਆ ਹੋਇਆ। ਪਹਿਲੇ ਸਿਆਣਾ ਹੁੰਦਾ ਸੀ ਉਹ ਜਿਹੜਾ ਘਰ ਦਾ ਕਲੇਸ਼ ਮੁਕਾਵੇ। ਸਿਆਣਾ ਹੁੰਦਾ ਸੀ ਉਹ
ਜਿਹੜਾ ਰੱਬ ਨਾਲ ਜੋੜ ਦੇਵੇ। ਅੱਜ ਤੇ ਵੇਖਿਆ ਸਿਆਣੇ ਉਹ ਨੇ ਜਿਹੜੇ ਕਲੇਸ਼ ਪਾ ਦੇ, ਇਹਨਾਂ ਕੋਲ ਨਾ ਜਾਓ, ਭੁੱਲ ਕੇ ਨਾ ਜਾਓ। ਪਰਥਰੀ ਨੇ ਇੱਕ ਗੱਲ ਕਹੀ ਹੈ, ਉਹ ਕਹਿੰਦਾ ਇਹਨਾਂ ਦੇ ਮਗਰ ਲੱਗ ਕੇ ਮੈਂ ਮਹੀਨਿਆਂ ਬੱਧੀ ਸ਼ਮਸ਼ਾਨ ਘਾਟ ਜਾ ਕੇ ਊਲ ਜਲੂਲ ਮੰਤਰ ਜਪਦਾ ਰਿਹਾ, ਕੱਖ ਨਹੀਂ ਮੈਨੂੰ ਲੱਭਾ। ਬਿਲਕੁਲ ਨਾ ਜਾਇਓ। ਕਹਿੰਦੇ ਨੇ ਬੜੇ ਯਤਨ, ਬਹੁਤ ਯਤਨ ਨੇ ਐਸੇ ਗਿਣੇ ਨਹੀਂ ਜਾਂਦੇ ਜਿਨ੍ਹਾਂ ਨੂੰ ਗੋਰਖ ਧੰਦੇ ਕਹਿੰਦੇ ਆ ਉਹ, ਪਰ ਉਹਨਾਂ ਦੀ ਤਿਲ ਮਾਤਰ ਵੀ ਕੀਮਤ ਨਹੀਂ। ਮੈਂ ਵੇਖਿਆ ਤਿਲ ਮਾਤਰ ਵੀ ਉਹਨਾਂ ਦੀ ਕੀਮਤ ਨਹੀਂ। ਉਹ ਯਤਨ ਨਹੀਂ, ਕੇਵਲ ਇੱਕ ਅਰਦਾਸ ਹੈ। ਤੇਰੇ ਅੱਗੇ ਅਰਦਾਸ ਕਦੀ ਵੀ ਖਾਲੀ ਨਹੀਂ ਜਾਂਦੀ, ਕਦੀ ਵੀ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ। ਉਹ ਗੁਣਾ ਦਾ ਖਜ਼ਾਨਾ, ਉਸ ਦਾ ਬਾਲਾ, ਉਸ ਦੇ ਅੱਗੇ ਕੀਤੀ ਅਰਦਾਸ ਵਿਅਰਥ ਨਹੀਂ ਜਾਂਦੀ। ਹਾਂਜੀ, ਤਿਨ ਤਿਲ ਨਹੀਂ ਕੀਮਤ ਜਾਣੀ ਰਹਾਓ। ਹਾਂਜੀ, ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮਨ ਤਾਨੀ। ਗੁਰੂ ਨੇ ਨਾਮ ਅੰਮ੍ਰਿਤ ਮੈਨੂੰ ਦੇ ਦਿੱਤਾ। ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ, ਅੰਮ੍ਰਿਤ ਗੁਰਮਤਿ ਪਾਏ ਰਾਮ। ਹਉਮੈ ਮਾਇਆ ਬਿਖ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਬਿਖ ਲੈ ਜਾਏ ਰਾਮ। ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ, ਹਰ ਹਰ ਨਾਮ ਧਿਆਏ ਰਾਮ। ਗੁਰੂ ਜਿਹੜਾ ਨਾਮ ਅੰਮ੍ਰਿਤ ਦਿੰਦਾ, ਉਹਨੂੰ ਅੰਮ੍ਰਿਤ ਵੀ ਕਿਹਾ, ਉਸ ਨੂੰ ਪਾਰਸ ਵੀ ਕਿਹਾ। ਗੁਰ ਪਾਰਸ ਹਮ ਲੋ, ਅਸੀਂ ਲੋਹੇ ਹਾਂ, ਗੁਰੂ ਪਾਰਸ ਹੈ। ਗੁਰ ਪਾਰਸ ਹਮ ਲੋ, ਮਿਲ ਕੰਚਨ ਹੋਇਆ ਰਾਮ। ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ। ਹੁਣ ਤੇ ਕਾਇਆ ਦਾ ਘਰ ਸ਼ਰੀਰ ਮੇਰਾ ਬਾਗੋ ਬਾਗ ਹੈ, ਸੁੰਦਰ ਹੈ, ਕਿਉਂਕਿ ਗੁਰੂ ਪਾਰਸ ਨੂੰ ਦੀ ਛੋਹ ਮਿਲ ਗਈ। ਮਨ ਮੇਰਾ ਹੁਣ ਸੁੰਦਰ ਹੈ, ਕਿਉਂਕਿ ਛੋਹ ਮਿਲ ਗਈ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਅਮੋਲਕ ਹੀਰਾ ਗੁਰ ਦੀਨੋ ਮਨ ਤਾਨੀ। ਗੁਰੂ ਨੇ ਮੰਤਰ ਦੇ ਦਿੱਤਾ, ਕਿਹਾ ਆ ਤੈਨੂੰ ਮੈਂ ਦੱਸਾਂ। ਪਾਪੜਿਆਂ ਪਛਾੜ, ਪਾਪਾਂ ਨੂੰ ਪਛਾੜ ਕੇ ਰੱਖਦੇ, ਹਾਰ ਜਾਣਗੇ। ਪਾਪੜਿਆਂ ਪਛਾੜ ਬਾਣ ਸੰਚਾਵਾ ਸੰਨ ਕੈ, ਇਹ ਤਾਣ ਲੈ ਸੱਚ ਦਾ ਤੇਰ, ਸੱਚ ਦਾ ਬਾਣ। ਗੁਰ ਮੰਤਰ ਦਾ ਚਿਤਾਰ, ਨਾਨਕ ਦੁੱਖ ਨਾ ਥੇਵੈ। ਤੇ ਤੁਹਾਡਾ ਗੁਰਮੰਤਰ ਹੈ ਵਾਹਿਗੁਰੂ 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 ਵਾਹਿਗੁਰੂ। ਗੁਰ ਦੀਨੋ ਮਨ ਤਾਨੀ, ਗੁਰੂ ਨੇ ਮੰਤਰ ਦੇ ਦਿੱਤਾ। ਹਾਂਜੀ, ਡਿਗੈ ਨਾ ਡੋਲਾ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਜਿਸ ਨੂੰ ਗੁਰੂ ਮੰਤਰ ਦੇ ਦੇਵੇ ਉਹ ਡਿੱਗਦਾ ਨਹੀਂ, ਉਹ ਡੋਲਦਾ ਨਹੀਂ। ਦ੍ਰਿੜ ਕਰ ਰਹੇ ਹੋ, ਆਪਣੇ ਆਪ ਨੂੰ ਦ੍ਰਿੜ ਕਰਕੇ ਟਿਕਾ ਕੇ ਉਹ ਰੱਖਦਾ, ਪੂਰਨ ਹੋ ਜਾਂਦਾ ਔਰ ਤ੍ਰਿਪਤ ਹੋ ਜਾਂਦਾ। ਜਿਹੜਾ ਤ੍ਰਿਪਤ ਹੋ ਗਿਆ, ਪੂਰਨ ਹੋ ਗਿਆ, ਨਾ ਉਹ ਡਿੱਗੇ ਨਾ ਉਹ ਡੋਲੇ, ਅਡੋਲ ਰਹੇ। ਹੀਰਾ ਮਿਲ ਜਾਏ ਤੇ ਹੀਰੇ ਦੀ ਹੁਣ ਕਦਰ ਵੀ ਹੋਵੇ। ਇੱਕ ਬੜੀ ਪਿਆਰੀ ਕਥਾ ਹੈ ਕਿ ਹੀਰਾ ਤੇ ਮਿਲ ਗਿਆ, ਪਰ ਮਿਲ ਗਿਆ ਉਸ ਨੂੰ ਜਿਹੜਾ ਗਧੇ ਚਲਾਉਂਦਾ ਸੀ, ਤੇ ਉਹਨੇ ਇੱਕ ਗਧੇ ਦੇ ਗਲ 'ਚ ਪਾ ਦਿੱਤਾ। ਵੇਖਿਆ ਇੱਕ ਜੌਹਰੀ ਨੇ ਕਹਿਣ ਲੱਗਾ ਹੀਰਾ ਪਰ ਗਧੇ ਦੇ ਗਲ 'ਚ। ਉਸ ਨੂੰ ਗਧਿਆਂ ਦੇ ਮਾਲਕ ਨੂੰ ਕਹਿਣ ਲੱਗਾ, ਭਈ ਮਿੱਤਰਾ ਆ ਗਧੇ ਦੇ ਗਲ 'ਚ ਕੀ ਪਾਇਆ? ਕਹਿਣ ਲੱਗਾ ਜੀ ਮਣਕਾ ਪਾਇਆ। ਕਹਿਣ ਲੱਗਾ ਜਿਹੜਾ ਮਣਕਾ ਕਹਿੰਦਾ ਇਹਨੂੰ ਪਤਾ ਕੋਈ ਨਹੀਂ ਕਿ ਇਹ ਲਾਲ ਹੈ, ਨਹੀਂ ਤੇ ਇਹ ਮਣਕਾ ਕਹਿੰਦਾ, ਵੇਚਣਾ ਹੀ। ਕਹਿਣ ਲੱਗਾ ਵੇਚ ਦਿਆਂਗਾ, ਮੈਂ ਕੀ ਕਰਨਾ, ਇਹਨੂੰ ਵੇਚ ਦਿਆਂਗਾ। ਤੇ ਕੀ ਲੈਣਾ ਹੀ? ਕਹਿਣ ਲੱਗਾ 1 ਰੁਪਈਆ ਲੈਣਾ।
ਕਹਿਣ ਲੱਗਾ ਇਹਨੂੰ ਤੇ ਬਿਲਕੁਲ ਹੀ ਨਹੀਂ ਪਤਾ, ਜਿਹੜਾ ਰੁਪਈਆ ਮੰਗਦਾ ਹੈ। ਕਹਿਣ ਲੱਗਾ 4 ਆਨੇ ਲੈਣੇ ਨੇ। ਆਨੇ ਚੱਲਦੇ ਸਨ, 16 ਆਨਿਆਂ ਦਾ ਰੁਪਈਆ ਹੁੰਦਾ ਸੀ, 4 ਆਨੇ। ਉਹ ਕਹਿਣ ਲੱਗਾ ਨਾ, ਜੋ ਕਹਿ ਦਿੱਤਾ ਸੋ ਕਹਿ ਦਿੱਤਾ, ਰੁਪਈਆ ਲੈਣਾ ਤੇ ਪੂਰਾ ਲੈਣਾ। ਇੰਨੇ ਚਿਰ ਨੂੰ ਗਧਾ ਦੌੜ ਪਏ। ਹੁਣ ਗਧਿਆਂ ਵਾਲੇ ਦਾ ਤੇ ਉਹ ਤਾਂ ਨੱਸਣ ਦਾ ਉਹਦਾ ਉਹਦੀ ਪ੍ਰੈਕਟਿਸ ਹੈ। ਤੇ ਹੁਣ ਸ਼ਰਾਬ ਵਿਚਾਰਾ ਦੁਕਾਨ ਤੇ ਬੈਠਾ ਸੁਖ ਰਹਿਣਾ ਹੀਰੇ ਵੇਚਣ ਵਾਲਾ, ਇਹ ਕਿੱਥੇ ਨੱਸੇ। ਬੜੀ ਮੁਸ਼ਕਲ ਨਾਲ ਪਹੁੰਚਿਆ। ਜਦੋਂ ਪਹੁੰਚਿਆ ਕਹਿਣ ਲੱਗਾ ਮਣਕਾ ਕਿੱਥੇ? ਕਹਿਣ ਲੱਗਾ ਵਿਕ ਗਿਆ, 10 ਰੁਪਈਆਂ ਚ ਵੇਚ ਦਿੱਤਾ, ਤੂੰ 1 ਰੁਪਈਆ ਨਹੀਂ ਸਾਂ ਦਿੰਦਾ। ਕਹਿਣ ਲੱਗਾ ਗਧੇ ਚਲਾ ਕੇ ਤੂੰ ਗਧਾ ਹੀ ਹੋ ਗਿਆ, ਤੈਨੂੰ ਤੇ ਅਕਲ ਨਹੀਂ। ਉਹ ਤੇ ਕਰੋੜਾਂ ਦਾ ਸੀ, ਬਸ ਤੂੰ 10 ਰੁਪਈਆਂ ਚ ਵੇਚ ਦਿੱਤਾ। ਕਹਿਣ ਲੱਗਾ ਫਿਰ ਗਧਾ ਮੈਂ ਨਹੀਂ, ਗਧਾ ਤੂੰ ਹੈ। ਮੈਨੂੰ ਤੇ ਪਤਾ ਹੀ ਨਹੀਂ ਸੀ, ਮੇਰਾ ਤੇ ਮਹਿੰਗਾ ਵਿਕਿਆ 10 ਦਾ, ਕਰੋੜਾਂ ਦਾ ਘਾਟਾ ਤੈਨੂੰ ਪਿਆ, ਤੈਨੂੰ ਪਤਾ ਸੀ। ਮੈਂ ਅਰਜ਼ ਕਰਾਂ, ਕਾਸ਼ ਕਦੇ ਪਤਾ ਲੱਗ ਜਾਂਦਾ ਨਾ ਬੰਦੇ ਨੂੰ, ਇਹ ਅਮੋਲਕ ਹੀਰਾ ਗੁਰੂ ਨੇ ਦਿੱਤਾ, ਇਹ ਅਮੋਲਕ ਹੀਰਾ। ਇਹ ਸ਼ਰੀਰ ਅਮੋਲਕ ਹੀਰਾ, ਇਹ ਜਨਮ ਹੈ ਅਮੋਲਕ ਹੀਰਾ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹ ਕੌਡੀਆਂ ਵਾਸਤੇ ਕਦੀ ਨਾ ਵੇਚਦਾ, ਇਹਦਾ ਮੁੱਲ ਕੌਡੀਆਂ ਨਾ ਪਾਉਂਦਾ। ਹੁਣ ਜ਼ਿੰਦਗੀ ਸਾਰੀ ਲਗਾ ਦਿੰਨੇ ਆ ਤੇ ਇਕੱਠੀਆਂ 4 ਕੌਡੀਆਂ ਹੋ ਜਾਂਦੀਆਂ ਨੇ। ਉਹ ਸਾਰੀਆਂ ਦੇ ਕੇ ਕਿਸੇ ਨੂੰ ਆਖੀਏ ਨਾ ਕਿ ਸਿਹਤ ਫੇਰ ਵਾਪਸ ਆ ਜਾਏ, ਨਹੀਂ ਆਉਂਦੀ। ਸੁਖ ਚੈਨ ਵਾਪਸ ਆ ਜਾਏ, ਨਹੀਂ ਆਉਂਦਾ। ਕਹਿੰਦੇ ਨੇ ਗੁਰੂ ਨੇ ਦੇ ਦਿੱਤਾ ਜਿਨ੍ਹਾਂ ਨੂੰ ਮੰਤਰ, ਤੇ ਜਿਨ੍ਹਾਂ ਨੇ ਸਮਝ ਲਿਆ। ਇੱਕ ਸਤਿਗੁਰੂ ਦਾ ਸ਼ਬਦ ਮਿਲ ਜਾਏ, ਪੂਰਾ ਗੁਰੂ ਮਿਲ ਜਾਏ, ਫਿਰ ਗੁਰੂ ਦੀ ਸੋਝੀ ਮਿਲ ਜਾਏ ਤੇ ਬੰਦੇ ਨੂੰ ਦ੍ਰਿੜ ਵਿਸ਼ਵਾਸ ਹੋ ਜਾਏ। ਗੁਰੂ ਦਾ ਬਚਨ ਮੰਨ ਲਵੇ, ਡਿੱਗੇ ਨਾ ਡੋਲੇ, ਦ੍ਰਿੜ ਕਰ ਰਹੇ ਹੋ, ਦ੍ਰਿੜਤਾ ਨਾਲ ਟਿਕਾ ਵਿੱਚ ਉਹ ਰਹਿ ਰਿਹਾ। ਪੂਰਨ ਹੋਏ ਤ੍ਰਿਪਤਾਨੀ, ਪੂਰਨ ਹੋ ਗਿਆ, ਤ੍ਰਿਪਤ ਹੋ ਗਿਆ, ਉਹ ਰੱਜ ਗਿਆ। ਸੰਤੋਖ ਹੀ ਤ੍ਰਿਪਤੀ ਹੈ, ਸੰਤੋਖ ਆ ਗਿਆ, ਰੱਜ ਗਿਆ, ਤ੍ਰਿਪਤ ਹੋ ਗਿਆ। ਹਾਂਜੀ। ਹੋਏ ਜੋ बीच हम तुम कश होते, ਤਿਨ ਕੀ ਬਾਤ ਬਿਲਾਨੀ। ਕਹਿੰਦੇ ਨੇ ਉਹ ਵਿੱਚ ਜਿਹੜੇ ਵਿਚੋਲੇ ਸਨ ਨਾ, ਜਿਹੜੇ ਟਿਕਣ ਨਹੀਂ ਸਨ ਦਿੰਦੇ, ਕਲੇਸ਼ ਪਵਾ ਦਿੰਦੇ ਸਨ, ਬਹੁਤ ਬੰਦੇ ਐਸੇ ਨੇ ਮੈਂ ਵੇਖਿਆ, ਉਹਨਾਂ ਨੂੰ ਚੈਨ ਨਹੀਂ ਆਉਂਦਾ ਜਦੋਂ ਤੱਕ ਸ਼ਾਮ ਤੱਕ 10-20 ਬੰਦਿਆਂ ਨੂੰ ਲੜਾ ਨਾ ਦੇ। ਉਹਨਾਂ ਨੂੰ ਤੇ ਕਮਸਾਨ ਪਾ ਕੇ। ਮੈਂ ਇੱਥੇ 2 ਪਸ਼ੂਆਂ ਦਾ ਨਾਂ ਲੈ ਦਿਆਂ। ਵੈਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਥਾਂ ਬੰਦਿਆਂ ਨੂੰ ਸਮਝਾਉਣ ਲਈ ਸਤਿਗੁਰਾਂ ਨੇ ਪਸ਼ੂਆਂ ਦਾ ਨਾਂ ਲਿਆ। ਕਹਿੰਦੇ ਨੇ ਤੇਰੇ ਨਾਲੋਂ ਪਸ਼ੂ ਚੰਗੇ ਨੇ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇਂ ਅੰਮ੍ਰਿਤ ਦੇ, ਨਾਮ ਵੇ ਹੋਣੇ ਆਦਮੀ ਤ੍ਰਿਕ ਜੀਵਨ ਕਰਮ ਕਰੇ। ਇਹ ਬ੍ਰਿਜ ਦਾ ਦੋਹਰਾ ਹੈ। 2 ਪਸ਼ੂਆਂ ਦਾ ਨਾਂ ਦੋਹਰੇ 'ਚ ਲਿਖਿਆ। ਕਦੀ ਤੁਹਾਡੇ ਵਿੱਚੋਂ ਜਿੰਨੇ ਸੱਜਣ ਬੈਠੇ ਹੋ ਗਾਂ ਨੂੰ ਪਾਣੀ ਪਿਆਉਣ ਗਏ ਹੋ? ਜੇ ਤੇ ਗਏ ਹੋ ਨਾ, ਤੁਹਾਡਾ ਤਜਰਬਾ ਹੋਵੇਗਾ ਗਾਂ ਮੂੰਹ ਅੱਗੇ ਕਰਕੇ ਪਾਣੀ ਪੀਂਦੀ ਹੈ, ਪੈਰ ਨਹੀਂ ਪਾਣੀ 'ਚ ਰੱਖਦੀ, ਪੈਰ ਨਹੀਂ ਪਿਆਉਂਦੀ। ਮੈਨੂੰ ਜਾਪਦਾ ਹੈ ਕਿ ਸ਼ਾਇਦ ਸਿਆਣੇ ਵਿਦਵਾਨਾਂ ਕਿਹਾ, ਉਹ ਕਹਿੰਦੀ ਪਾਣੀ ਸਾਫ਼ ਰਹੇ, ਜਿਹੜਾ ਬਾਅਦ 'ਚ ਆਏਗਾ ਵੀ ਪੀਏਗਾ। ਤੇ ਮੱਝ ਸਿੱਧੀ ਜਾ ਕੇ ਵਿੱਚ ਵੜੇਗੀ ਤੇ 10 ਪਲਸੇਟੇ ਮਾਰੇਗੀ, ਚਿੱਕੜ ਬਣਾ ਕੇ ਨਾ, ਤੇ ਫੇਰ ਉਹਨੇ ਪਾਣੀ ਪੀਣਾ। ਨਾ ਕੰਮ ਦਾ ਆਪ ਪੀਣਾ, ਨਾ ਕਿਸੇ ਵਾਸਤੇ ਛੱਡਣਾ। ਉਹ ਕਹਿੰਦੇ ਨੇ ਬੰਦੇ ਵੀ ਕੁਛ ਐਸੇ ਨੇ। ਮੈਖ ਤੁਮਾਰੀ ਮਡਨ ਮੈਂ ਬਹੁਤ ਬੁਰੀ ਹੈ ਬਾਨ, ਪਾਛੇ ਪਾਣੀ ਪੀਤ ਹੈ ਪ੍ਰਥਮ ਪਾਏ ਕਮਸਾਨ। ਜਿੱਥੇ ਜਾਣਾ ਨਾ ਉਹਨਾਂ ਨੇ ਪਿਓ ਪੁੱਤਰ ਦਾ ਕਲੇਸ਼ ਪਵਾ ਕੇ ਰੱਖਦੇ ਹਨ। ਭਰਾਵਾਂ ਨੂੰ ਲੜਾ ਦੇਣਾ, ਮੁਹੱਲੇ ਨੂੰ ਲੜਾ ਦੇਣਾ। ਕਹਿੰਦੇ ਨੇ ਜਿਹੜੇ ਉਹ ਜੋ ਵੇਚ ਹਮ ਤੁਮ ਕਸ਼ੇ ਹੋਤੇ, ਅਸੀਂ ਹੋਰ ਆ ਤੁਸੀਂ ਹੋਰ ਹੋ, ਜਾਤਾਂ ਤੋਂ ਲੜਾ ਦੇਣਾ, ਧਰਮਾਂ ਤੋਂ ਲੜਾ ਦੇਣਾ, ਬਸ ਕਲੇਸ਼ ਹੀ ਕਲੇਸ਼ ਪਾਣਾ। ਕਹਿੰਦੇ 3 ਕੀ ਬਾਤ ਬਿਲਾਨੀ।
ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੀ ਕਰਦੇ ਨੇ ਤੇ ਕਾਮੀ ਕ੍ਰੋਧੀ ਕੀ ਕਰਦੇ ਨੇ। ਉਹਨਾਂ ਦੀ ਬਾਤ ਬਿਲਾਨੀ ਦਾ ਸੇ ਗੁਜ਼ਰ ਗਈ, ਹੁਣ ਚਲੀ ਗਈ, ਉਹ ਸਾਡੇ ਵਿੱਚ ਨਹੀਂ। ਅਸੀਂ ਉਹਨਾਂ ਦੀ ਮੰਨਦੇ ਹੀ ਨਹੀਂ। ਅਸੀਂ ਕਹਿੰਦੇ ਆ ਤੁਹਾਡੇ ਵਰਗੇ ਵਿਚੋਲਿਆਂ ਦੀ ਜ਼ਰੂਰਤ ਕੋਈ ਨਹੀਂ। ਭਾਈ ਸਾਨੂੰ ਇੱਕ ਹੀ ਬਹੁਤ ਆ। ਇੱਕ ਨਾਲ ਜੁੜ ਗਏ ਆ ਸਾਚੇ ਪ੍ਰੇਤ, ਹਮ ਤੁਮ ਸਿਓ ਜੋਰੀ। ਤੁਮ ਸੰਗ ਜੋਰ ਅਵਰ ਸੰਗ ਤੋਰੇ। ਤੁਹਾਡੇ ਨਾਲ ਜੁੜ ਗਈ। ਹੁਣ ਉਹ ਜੋ ਵਿੱਚ ਹਮ ਤੁਮ ਕਛ ਹੋਤੇ, ਅਸੀਂ ਹੋਰ ਹਾਂ ਤੁਸੀਂ ਹੋਰ ਹੋ, ਉਹ ਵਿੱਚੋਂ ਉਹਨਾਂ ਦੀ ਗੱਲ ਗੁਜ਼ਰ ਗਈ, ਉਹ ਵਿੱਚ ਨਹੀਂ ਰਹਿ ਗਏ। ਹਾਂਜੀ। ਅਲੰਕਾਰ ਮਿਲ ਥੈਲੀ ਹੋਈ ਹੈ, ਤਾਤੇ ਕਨਿਕ ਵਖਾਨੀ। ਕਹਿੰਦੇ ਨੇ ਅਲੰਕਾਰ, ਅਲੰਕਾਰ ਦੇ ਬਹੁਤ ਅਰਥ ਨੇ, ਪਰ ਅਲੰਕਾਰ ਦਾ ਜਿਹੜਾ ਇੱਥੇ ਅਰਥ ਢੁਕਦਾ ਉਹ ਹੈ ਗਹਿਣੇ, ਆਭੂਖਣ ਗਹਿਣੇ। ਅਲੰਕਾਰ ਪਹਿਲੇ ਵੱਖ ਸਨ, ਗਹਿਣੇ ਜ਼ਿਆਦਾ, ਬੰਦਿਆਂ ਦੇ ਘੱਟ, ਔਰਤਾਂ ਦੇ ਜ਼ਿਆਦਾ ਸੋਨੇ ਦੇ ਬਣਦੇ ਨੇ। ਵੀ ਇਹ ਪੈਰਾਂ ਦਾ ਗਹਿਣਾ, ਇਹ ਉਂਗਲੀਆਂ ਦੇ ਗਹਿਣੇ ਨੇ, ਇਹ ਗਲ ਦੇ ਗਹਿਣੇ ਨੇ, ਸਿਰ ਦੇ ਗਹਿਣੇ ਨੇ। ਇਹ ਵੱਖ-ਵੱਖ ਨੇ, ਨਾ ਵੱਖ-ਵੱਖ ਨੇ, ਪਰ ਜੇ ਕੁਠਾਲੀ 'ਚ ਪਾ ਦਿੱਤੇ ਨਾ ਢਲ ਗਏ ਤੇ ਫੇਰ ਕੀ ਹੈ? ਸਿਰਫ ਸੋਨਾ। ਹੁਣ ਵਖੇਵਾ ਕੋਈ ਨਹੀਂ। ਕਹਿੰਦੇ ਨੇ ਜਿੰਨੇ ਜੀਵ ਦਿਸਦੇ ਨੇ ਇਹ ਸਾਰੇ ਵੱਖ-ਵੱਖ ਗਹਿਣਿਆਂ ਵਾਂਗੂ ਨੇ, ਮੰਨ ਲਿਆ। ਪਰ ਜਦੋਂ ਮੈਂ ਜੋਤ ਵੇਖਣਾ ਨਾ ਤੇਰੀ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਇਹ ਸਾਰਿਆਂ 'ਚ ਪ੍ਰਕਾਸ਼ ਜੋ ਹੋ ਰਿਹਾ ਜੀਵਨ ਦਾ, ਆਤਮ ਪ੍ਰਕਾਸ਼ ਹੋ ਰਿਹਾ, ਇਹ ਤੇਰਾ ਹੀ ਹੈ। ਇਹ ਸਾਰੇ ਇੱਕ ਨੇ, ਕੋਈ ਦੂਜਾ ਦਿਸਦਾ ਹੀ ਨਹੀਂ। ਹੁਣ ਤੇ ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੂਪ। ਅਲੰਕਾਰ ਮਿਲ ਥੈਲੀ ਹੋਈ ਹੈ, ਗਹਿਣੇ ਢਲ ਕੇ ਸੋਨਾ ਬਣ ਗਿਆ, ਇੱਟ ਬਣ ਗਏ, ਤਾਂ ਤੇ ਕਨਕ ਵਖਾਨੀ। ਹੁਣ ਪੁੱਛੀਏ ਕਾਂਟੇ ਨੇ, ਹੁਣ ਪੁੱਛੀਏ ਕੜੇ ਨੇ, ਹੁਣ ਪੁੱਛੀਏ ਛਾਪਾਂ ਨੇ, ਕਹੇਗਾ ਸੋਨਾ। ਇਹ ਹੁਣ ਸੋਨਾ ਅਲੰਕਾਰ ਮਿਲ ਥੈਲੀ ਹੋਈ ਹੈ, ਤਾਂ ਤੇ ਕਨਕ ਵਖਾਨੇ। ਹਾਂਜੀ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਨੀ। ਉਸ ਦੀ ਜੋਤ ਦਾ ਪ੍ਰਕਾਸ਼ ਪ੍ਰਗਟ ਹੋਇਆ ਤੇ ਉਸ ਪ੍ਰਕਾਸ਼ ਨਾਲ ਕੀ ਹੋਇਆ? ਸਹਿਜ ਮਨ ਦਾ ਟਿਕਾਓ ਆ ਗਿਆ। ਕਈ ਸ਼ਬਦ ਜਿਹੜੇ ਨੇ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਤਮਾ ਦੇ ਸ਼ਬਦ ਦੇ ਅਰਥ ਵੀ ਜਿਹੜੇ ਨੇ ਉੱਥੇ ਮਨ ਕੀਤੇ ਨੇ, ਮਨ ਦੇ ਆਤਮਾ ਕੀਤੇ ਨੇ। ਕੋਈ ਵਾਰੀ ਸਮੁੱਚੇ ਮਨੁੱਖ ਨੂੰ ਹੀ ਮਨ ਕਹਿ ਦਿੱਤਾ, ਕਿਤੇ ਸਮੁੱਚੇ ਮਨੁੱਖ ਨੂੰ ਹੀ ਸਰੀਰ ਕਹਿ ਦਿੰਦੇ ਮੇਰਾ ਸਰੀਰ। ਸਰੀਰ ਆ ਗਿਆ ਤੇ ਮਨ ਵੀ ਵਿੱਚ ਹੀ ਆ ਗਿਆ, ਆਤਮਾ ਵੀ ਵਿੱਚ ਆ ਗਈ। ਇੰਜ ਇਕੱਠੇ ਸ਼ਬਦ ਵਰਤੇ ਨੇ। ਕਹਿ ਦਿੱਤਾ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ। ਅਡੋਲਤਾ ਆ ਗਈ, ਮਨ ਅਡੋਲ ਹੋ ਗਿਆ, ਤਨ ਵੀ ਅਡੋਲ ਹੋ ਗਿਆ, ਸੁਖ ਪੈਦਾ ਹੋ ਗਿਆ ਟਿਕਾਓ ਵਾਲਾ, ਸ਼ੋਭਾ ਪੈਦਾ ਹੋ ਗਈ। ਅਨਹਤ ਬਾਣੀ, ਬਿਨਾਂ ਵਜਾਇਆ ਇੱਕ ਧੁਨ, ਸ਼ਬਦ ਦਾ ਪ੍ਰਭਾਵ ਉਹ ਧੁਨ। ਜਿਵੇਂ ਕੀਰਤਨ ਸੁਣ ਲਿਆ ਨਾ ਬਾਹਰ, ਐਸਾ ਸੁਣਿਆ ਕਿ ਉਹ ਸਦਾ ਵਾਸਤੇ ਹੀ ਹੁਣ ਅੰਦਰ ਹੁੰਦਾ ਪਿਆ। ਵਾਜਾ ਕੋਈ ਨਹੀਂ ਵਜਾਉਂਦਾ ਦਿਸਦਾ, ਪਰ ਆਵਾਜ਼ ਆਉਂਦੀ ਪਈ ਹੈ। ਬਾਜੇ ਅਨਹਤ ਬਾਣੀ, ਇਹ ਅਨਹਤ ਬਾਣੀ, ਅਨਹਤ ਧੁਨ ਉਸ ਅੰਦਰ ਵੱਜ ਗਏ। ਹਾਂਜੀ। ਕਹੋ ਨਾਨਕ ਨਿਹਚਲ ਘਰ ਬਾਧਿਓ, ਗੁਰ ਕੀਓ ਬੰਧਾਨੀ। ਸਾਹਿਬ ਕਹਿੰਦੇ ਨੇ ਨਿਹਚਲ ਘਰ ਬਣ ਲਿਆ। ਨਿਹਚਲ ਘਰ, ਇਹ ਗੁਰੂ ਨੇ ਬੰਧਾਨ ਬੰਨਿਆ, ਗੁਰੂ ਨੇ ਮਰਿਆਦਾ ਬੰਨੀ ਹੈ। ਹੁਣ ਇਹ ਨਿਹਚਲ ਘਰ ਬੰਨਿਆ। ਇੱਕ ਥਾਂ ਤੇ ਕਿਹਾ ਨਾਨਕ ਬੱਧਾ ਘਰ ਤਹਾਂ, ਜਿੱਥੇ ਮਿਰਤ ਨਾ ਜਨਮ ਜਰਾ। ਨਾ ਉੱਥੇ ਮੌਤ ਦਾ ਕੋਈ ਡਰ, ਕੋਈ ਚਿੰਤਾ ਨਹੀਂ, ਨਾ ਬੁਢਾਪੇ ਦਾ। ਸਾਨੂੰ ਤੇ ਚਿੰਤਾ ਬਹੁਤ ਹੈ। ਗੁਰੂ ਸਾਹਿਬ ਕਹਿੰਦੇ ਨੇ ਤੇਰੀ ਤੇ ਰੋਟੀ ਦੀ ਚਿੰਤਾ ਹੀ ਨਹੀਂ ਮੁੱਕਦੀ, ਘਰ ਦੀ ਚਿੰਤਾ ਨਹੀਂ ਮੁੱਕਦੀ, ਕੱਪੜੇ ਦੀ ਚਿੰਤਾ ਨਹੀਂ ਮੁੱਕਦੀ, ਪਰ ਮੈਨੂੰ ਤੇ ਮਰਨ ਦੀ ਵੀ ਚਿੰਤਾ ਨਹੀਂ। ਕਮਾਲ।
ਉਹ ਕਹਿੰਦੇ ਨੇ ਸਾਰਾ ਕੁਝ ਇਸੇ ਲਈ ਹੈ ਨਾ, ਦੁੱਖ ਇਕੱਠੇ ਹੋ ਗਏ ਤੇ ਮਰ ਨਾ ਜਾਵਾਂ। ਉਹ ਕਹਿੰਦੇ ਨੇ ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੋ ਸਰਬ ਜੀਆਂ ਪ੍ਰਤਪਾਲ ਹੈ ਲੇਖੈ ਸਾਸ ਗਰਾਸ। ਆਓ ਕੁਛ ਰਹਿੰਦੇ ਮਿੰਟ, ਇੱਕ ਪੌੜੀ ਓਂਕਾਰ ਈਸ਼ਵਰ, ਇਹ ਬਾਣੀ ਉਚਾਰਨ ਕੀਤੀ ਸੀ। ਦਾਸ ਉੱਥੇ ਗਿਆ, ਇੰਦੌਰ ਦੇ ਕੋਲ ਹੈ ਗੁਰਦੁਆਰਾ, ਬੜਾ ਸੁੰਦਰ ਬਣ ਗਿਆ। ਉੱਥੇ ਬਾਣੀ ਉਚਾਰਨ ਕੀਤੀ ਸੀ। ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਕੁਛ ਪੌੜੀਆਂ ਦੀ ਪਿੱਛੇ ਵਿਆਖਿਆ ਹੋਈ ਹੈ, 6 ਪੌੜੀਆਂ ਤੱਕ। 7ਵੀਂ ਦੀ ਸਾਪ ਸਰਵਣ ਕਰੋ। ਏਕ ਆਚਾਰ ਰੰਗ ਇੱਕ ਰੂਪ। ਇਹ ਜਿੰਨਾ ਆਚਰਨ ਇਹ ਕੰਮਕਾਰ ਬੰਦੇ ਕਰ ਰਹੇ ਨੇ ਨਾ, ਜੀਵ ਕਰ ਰਹੇ ਨੇ, ਕਹਿੰਦੇ ਨੇ ਇੱਕ ਕਰਕੇ ਹੀ, ਪਰਮਾਤਮਾ ਕਰਕੇ ਹੀ ਕਰਮ ਹੈ। ਏਕ ਆਚਾਰ, ਇੱਕ ਦਾ ਹੀ ਰੰਗ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ ਜੋ ਤਿਸ ਭਾਵੈ, ਨਾਨਕਾ ਸਾਈ ਗਲ ਚੰਗੇ। ਇੱਕ ਦਾ ਇੱਕ ਰੰਗ ਹੈ, ਇੱਕ ਦਾ ਹੀ ਰੂਪ ਹੈ। ਹਾਂਜੀ, ਪੌਣ ਪਾਣੀ ਅਗਨੀ ਅਸਰੂਪ। ਇਹ ਪਵਨ ਵੀ ਉਸੇ ਦਾ ਹੀ ਰੂਪ ਹੈ, ਪਾਣੀ ਵੀ ਉਸੇ ਦਾ ਹੀ ਰੂਪ ਹੈ। ਇਹ ਸਾਰੀਆਂ ਸ਼ਕਤੀਆਂ ਜੋ ਸੰਸਾਰ ਨੂੰ ਚਲਾਈ ਜਾ ਰਹੀਆਂ ਨੇ, ਕਰਤਾਰ ਦਾ ਹੀ ਰੂਪ ਹਨ। ਏਕੋ ਭਵਰ ਭਵੈ ਤਿਹੁ ਲੋਏ। ਜਿਵੇਂ ਇੱਕ ਭਵਰਾ ਅਨੇਕਾਂ ਫੁੱਲਾਂ ਤੇ ਬੈਠਦਾ ਹੈ, ਤੇਰੀ ਜੋਤ ਹੈ ਭਵਰਾ, ਸਾਰੇ ਸ਼ਰੀਰਾਂ ਵਿੱਚ ਵਿਚਰ ਰਹੀ ਹੈ। ਸੱਚ ਜੇ ਹਾਥੀ ਨੂੰ ਵੀ ਉਹੋ ਹੀ ਆਤਮਾ ਚਲਾ ਦਿੰਦੀ ਹੈ, ਕੀੜੀ ਨੂੰ ਵੀ। ਉਹ ਕੀੜੀ ਵਿੱਚ ਵੀ ਸਮਾ ਜਾਂਦੀ ਹੈ ਤੇ ਉਹ ਹਾਥੀ ਨੂੰ ਵੀ ਚਲਾ ਲੈਂਦੀ ਹੈ। ਉਸ ਦਾ ਕੋਈ ਆਕਾਰ ਨਹੀਂ। ਇੱਕੋ ਭਵਰ ਭਵੈ ਤਲੋਏ, ਭਵਰਾ ਬਣ ਕੇ ਉਹ ਆਤਮਾ ਤੇਰੀ ਜੋਤ ਸਾਰੇ ਜੀਵਾਂ ਵਿੱਚ ਵਿਚਰ ਰਹੀ ਹੈ। ਏਕੋ ਬੂਝੈ ਸੂਝੈ ਪਤ ਹੋਏ। ਕਹਿੰਦੇ ਨੇ ਇੱਕ ਨੂੰ ਜਿਹੜਾ ਸਮਝ ਲਵੇ, ਸੂਝ ਲਵੇ, ਉਸ ਨੂੰ ਰੱਬ ਦੇ ਘਰ ਵਿੱਚ ਇੱਜ਼ਤ ਮਿਲਦੀ ਹੈ। ਹਾਂਜੀ, ਗਿਆਨ ਧਿਆਨ ਲੈ ਸੰਸਾਰ ਰਹੈ। ਕਹਿੰਦੇ ਨੇ ਗੁਰਮੁਖ ਕੋਈ ਜਿਹੜਾ ਗਿਆਨ ਧਿਆਨ, ਗਿਆਨ ਤੇ ਸਾਡੇ ਕੋਲ ਬਹੁਤ ਹੈ, ਧਿਆਨ ਕੋਈ ਨਹੀਂ। ਗਿਆਨ ਦੀ ਗੱਲ ਕਰਦੇ ਆ, ਧਿਆਨ ਕਿਤੇ ਦਾ ਕਿਤੇ ਜਾ ਕੇ ਪਹੁੰਚ ਜਾਂਦਾ। ਕਹਿੰਦੇ ਨੇ ਗੁਰੂ ਦੇ ਕੋਲੋਂ ਗਿਆਨ ਲੈ ਕੇ, ਗੁਰੂ ਦੇ ਕੋਲੋਂ ਹੀ ਸੁਰਤ ਧਿਆਨ ਲੈ ਕੇ ਸੰਸਾਰ ਸਮ ਦ੍ਰਿਸ਼ਟੀ, ਕਿ ਸਭ ਵਿੱਚ ਰੱਬ ਵਸਦਾ, ਹਰ ਇੱਕ ਵਿੱਚ ਪ੍ਰਮਾਤਮਾ ਹੈ, ਇਹ ਸਮ ਦ੍ਰਿਸ਼ਟੀ ਹੋ ਜਾਏ। ਹਾਂਜੀ, ਗੁਰਮੁਖ ਏਕ ਵਿਰਲਾ ਕੋਲ ਹੈ। ਔਰ ਇਹ ਸਮ ਦ੍ਰਿਸ਼ਟੀ ਵਾਲਾ ਕੋਈ ਭਾਈ ਕਨਈਏ ਵਰਗਾ ਸਾਰਿਆਂ ਚ ਬ੍ਰਹਮ ਹੈ, ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਹਾਰਾ, ਏਕ ਬਿਨਾ ਨਾ ਜਾਣੀਐ। ਇਹ ਕੋਈ ਗੁਰਮੁਖ ਵਿਰਲਾ ਹੀ ਹੈ ਜਿਹੜਾ ਇਹ ਦਾਤ ਪ੍ਰਾਪਤ ਕਰੇ। ਹਾਂਜੀ, ਜਿਸਨੋ ਦੇ ਕਿਰਪਾ ਤੇ ਸੁਖ ਪਾਏ। ਕਹਿੰਦੇ ਨੇ ਜਿਸ ਨੂੰ ਦੇ ਦੇਵੇ ਕਿਰਪਾ ਕਰਕੇ, ਉਸ ਦੀ ਕਿਰਪਾ ਨਾਲ ਇਹ ਪ੍ਰਾਪਤੀ ਹੁੰਦੀ ਹੈ। ਗੁਰੂ ਦੁਆਰੈ ਆਖ ਸੁਨਾਏ। ਅਖੀਰ ਕਿਹਾ ਜਿਸ ਨੂੰ ਦੇਣਾ ਹੁੰਦਾ ਹੈ, ਉਸ ਨੂੰ ਗੁਰੂ ਦੇ ਦੁਆਰੇ ਲੈ ਆਉਂਦਾ ਤੇ ਬਖਸ਼ਿਸ਼ ਕਰਦਾ ਤੇ ਗੁਰੂ ਦੇ ਦੁਆਰਾ ਹੀ ਕਰਦਾ। ਭਾਈ ਗੁਰਦਾਸ ਜੀ ਦੀ ਇੱਕ ਪੌੜੀ ਚੋਂ ਪੰਕਤੀ ਸੁਣਾ ਦਿਆਂ। ਕਹਿੰਦੇ ਨੇ ਦਾਤਾਂ ਤੇ ਜਿੰਨੀਆਂ ਹਨ ਪਰਮਾਤਮਾ ਦੀਆਂ ਨੇ, ਸਭ ਕੁਝ ਉਹਦੇ ਹੱਥ ਵਿੱਚ ਹੈ, ਪਰ ਜਿਸ ਨੂੰ ਦੇਣਾ ਹੁੰਦਾ ਸੰਗਤ ਰਾਹੀਂ ਦੇ ਦਿੰਦਾ। ਉਹ ਪੌੜੀ ਇੰਜ ਲਿਖੀ ਹੈ, ਕਰਨ ਕਾਰਨ ਸਮਰੱਥ ਹੈ, ਸਾਧ ਸੰਗਤ ਦਾ ਕਰੇ ਕਰਾਇਆ, ਭਰੇ ਭੰਡਾਰ ਅਪਾਰ ਹਨ, ਸਾਧ ਸੰਗਤ ਦਾ ਦੇ ਦਵਾਇਆ। ਜਦੋਂ ਦੇਣਾ ਸਤਿਗੁਰਾਂ ਵੀ ਕਹਿ ਦਿੱਤਾ, ਆਪਣੇ ਪਰਿਵਾਰ ਨੂੰ ਹੀ ਕਹਿ ਦਿੱਤਾ, ਸੰਗਤ ਵਿੱਚ ਅਰਦਾਸ ਕਰਾਓ। ਬਾਬਾ ਬੁੱਢਾ ਸਾਹਿਬ ਨੂੰ ਆਖੋ ਅਰਦਾਸ ਕਰ। ਭਾਈ ਸੰਗਤ ਵਿੱਚੋਂ ਮਿਲਦਾ। ਕਹਿੰਦੇ ਨੇ ਜਿਸ ਨੂੰ ਦੇਣਾ ਨਾ ਗੁਰੂ ਦੁਆਰੇ ਲੈ ਆਉਂਦਾ। ਫਿਰ ਗੁਰੂ ਦੁਆਰਾ ਐਸਾ ਦਰਵਾਜ਼ਾ, ਇਹ ਰੱਬ ਦਾ ਦਰਵਾਜ਼ਾ। ਤੁਸੀਂ ਰੱਬ ਦੇ ਘਰ ਆਏ ਹੋ, ਰੱਬ ਦੇ ਦਰਵਾਜ਼ੇ ਤੇ ਆਏ ਹੋ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮੈਂ ਸਮਝਦਾ ਉਸ ਦਾ ਟਿਕਾਣਾ। ਇਸ ਅੱਗੇ ਸਿਰ ਰੱਖ ਕੇ ਮੱਥਾ ਟੇਕਣਾ, ਰੱਬ ਨੂੰ ਮੱਥਾ ਟੇਕਣਾ।
ਪਰਮਾਤਮਾ ਨੂੰ ਮੱਥਾ ਟੇਕਣਾ। ਇਹ ਗੁਰੂ ਗ੍ਰੰਥ ਸਾਹਿਬ ਛੱਡ ਕੇ ਕਿਤੇ ਹੋਰ ਰੱਬ ਨਾ ਲੱਭਦੇ ਫਿਰਿਓ ਨਹੀਂ। ਇਹ ਰੱਬ ਦਾ ਪੋਥੀ, परमेश्वर का थान। साध संग गावै गुण गोबिंद पूर्ण ब्रह्म ज्ञान। समा हो गया। आप दा बहुत बहुत धन्यवाद। समुचे सिख पंथ दा धन्यवाद। गुरु कृपा करे सानू शब्द दी सोझी बख्शे। धन गुरु रामदास। कृपा करनी तुहाडा शुकराना। श्रोमणी गुरुद्वारा प्रबंधक कमेटी सिंह साहब, ज्ञानी जगतार सिंह जी, हैडगंथी साहब, सचखंड हरमंदर साहब, ਉਹਨਾਂ ਦਾ ਧੰਨਵਾਦ। 2 ਦਿਨ ਹਾਜ਼ਰੀ ਭਰਦਿਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਉਹ ਖਿਮਾ ਕਰਦੇ ਨਹੀਂ। आओ जी आखिरी पंक्तियां दा पाठ सरवण करो। ज्ञान ध्यान ले सामसार रहै, गुरमुख एक विरला को लहै। जिसनो दे कृपा ते सुख पाए, गुरु दुआरे आख सुनाए। वाहिगुरु जी का खालसा, वाहिगुरु जी की फतेह।